ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਆ ਕਿ ਜੋ ਸਿਮਰਨ ਕਰਦੇ ਆ, ਸ਼ਬਦ ਦੀ ਕਮਾਈ ਕਰਦੇ ਆ, ਜਿਹੜਾ ਹੁਣ ਆਪਾਂ ਸਿਮਰਨ ਅਭਿਆਸ ਕਰ ਰਹੇ ਹਾਂ, ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਦੱਸਦੇ ਆ ਕਿ ਸ਼ਬਦ ਦੀ ਕਮਾਈ ਕਰਕੇ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰਨਾ ਹੈ। ਅਤੇ ਜਦੋਂ ਆਪਾਂ ਸ਼ਬਦ ਦੀ ਕਮਾਈ ਕਰਦੇ ਹਾਂ ਅਤੇ ਮਹਾਰਾਜ ਕਹਿੰਦੇ ਫਿਰ ਆਪਾਂ ਜਿੱਤ ਕੇ ਜਾਂਦੇ ਹਾਂ, ਫਿਰ ਜੰਮ ਨੇੜੇ ਨਹੀਂ ਆਉਂਦੀ। ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਆ, ਤਿੰਨ ਜੰਮ ਨੇੜ ਨ ਆਵੈ, ਗੁਰ ਸ਼ਬਦ ਕਮਾਵੈ, ਕਬਹੁ ਨ ਆਵੈ ਹੈ ਹਾਰ ਜੀਓ। ਕਹਿੰਦੇ ਉਹਨਾਂ ਦੇ ਨੇੜੇ ਜੰਮ ਨਹੀਂ ਆਉਂਦੇ ਜਿਹੜੇ ਸ਼ਬਦ ਦੀ ਕਮਾਈ ਕਰਦੇ ਆ, ਅਤੇ ਉਹ ਆਪਣੇ ਇਸ ਜਨਮ ਨੂੰ ਜਿੱਤ ਕੇ ਜਾਂਦੇ ਆ, ਇਸ ਜਨਮ ਨੂੰ ਹਾਰਦੇ ਨਹੀਂ। ਫਿਰ ਕਹਿੰਦੇ ਆ ਕਿ ਕਦੇ ਵੀ ਨਹੀਂ ਉਹ ਹਾਰਦੇ ਜਿਹੜੇ ਹਰੀ ਦੇ ਗੁਣ ਗਾਉਂਦੇ ਆ, ਅਤੇ ਉਹਨਾਂ ਦੇ ਨੇੜੇ ਜੰਮ ਨਹੀਂ ਆਉਂਦੇ। ਗੁਰੂ ਸਾਹਿਬ ਫਰਮਾਉਂਦੇ ਆ, ਤੇ ਕਬਹੁ ਨਾ ਹਾਰ ਹੈ, ਹਰ ਹਰ ਗੁਣ ਸਾਰ ਹੈ, ਤਿੰਨ ਜੰਮ ਨੇੜ ਨਾ ਆਵੇ। ਸ਼ਬਦ ਦੀ ਕਮਾਈ ਕਰਕੇ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਅਸੀਂ ਇਸ ਜਨਮ ਨੂੰ ਜਿੱਤਣਾ ਆ, ਪਰਮਾਤਮਾ ਨਾਲ ਮਿਲਾਪ ਕਰਕੇ। ਫਿਰ ਮਹਾਰਾਜ ਕਹਿੰਦੇ ਹੁਣ ਕਿਹੜੀ ਵਿਧੀ ਆ ਜਿਹਦੇ ਨਾਲ ਅਸੀਂ ਪਰਮਾਤਮਾ ਨਾਲ ਮਿਲਾਪ ਕਰੀਏ, ਉਹਦੇ ਦਰਸ਼ਨ ਕਰੀਏ, ਉਹਦੇ ਨਾਲ ਇਕਜੁੱਟ ਹੋ ਜਾਈਏ। ਗੁਰੂ ਸਾਹਿਬ ਫਰਮਾਉਂਦੇ, ਕਹਿੰਦੇ ਐਸੀ ਕੌਣ ਵਿਦੈ ਦਰਸ਼ਨ ਪਰਸਨਾ। ਕਹਿੰਦੇ ਐਸੀ ਕਿਹੜੀ ਵਿਧੀ ਆ ਜਿਹਦੇ ਨਾਲ ਸਾਨੂੰ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਣ। ਸਾਨੂੰ ਪਿਆਸ ਆ ਉਸ ਪਰਮਾਤਮਾ ਦੇ ਦਰਸ਼ਨਾਂ ਦੀ, ਅਕਾਲ ਪੁਰਖ ਦੀ, ਜਿਸ ਨੇ ਸਾਨੂੰ ਇਸ ਸ੍ਰਿਸ਼ਟੀ 'ਤੇ ਭੇਜਿਆ। ਅਸੀਂ ਉਸ ਨਾਲ ਮਿਲਾਪ ਕਰਨਾ ਹੈ। ਕਿਹੜੀ ਵਿਧੀ ਆ, ਕਿਵੇਂ ਅਸੀਂ ਉਸ ਨਾਲ ਮਿਲਾਪ ਕਰ ਸਕਦੇ ਹਾਂ। ਫਿਰ ਗੁਰਬਾਣੀ ਵਿੱਚ ਆਪਾਂ ਨੂੰ ਮਿਲਾਪ ਦਾ ਰਸਤਾ ਦੱਸਿਆ, ਕਿਵੇਂ ਸਾਡਾ ਪਰਮਾਤਮਾ ਨਾਲ ਵਿਛੋੜਾ ਪਿਆ, ਕਿਵੇਂ ਮਿਲਾਪ ਕਰਨਾ। ਸ਼ਬਦ ਦੀ ਕਮਾਈ ਕਰਕੇ ਦਿਨ ਰਾਤ ਅਸੀਂ ਪਰਮਾਤਮਾ ਦੀ ਅਰਾਧਨਾ ਕਰਨੀ, ਹਰ ਵਕਤ ਪਰਮਾਤਮਾ ਨੂੰ ਯਾਦ ਰੱਖਣਾ, ਤਾਂ ਜੋ ਸਾਡੀ ਉਸ ਨਾਲ ਪ੍ਰੀਤ ਬਣ ਜੇ। ਜਦੋਂ ਮਾਲਕ ਨਾਲ ਸਾਡੀ ਪ੍ਰੀਤ ਬਣ ਜਾਂਦੀ, ਫਿਰ ਹਰ ਵਕਤ ਸਾਨੂੰ ਪਰਮਾਤਮਾ ਯਾਦ ਰਹਿੰਦੇ। ਅਤੇ ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਆ, ਕਹਿੰਦੇ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨ ਕੀਜੈ ਟੀਲਾ। ਕਹਿੰਦੇ ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਫਿਰ ਦਿਨ ਰਾਤ ਉਸ ਦੀ ਅਰਾਧਨਾ ਕਰੋ। ਕਰਮ ਕਰਦੇ ਹਾਂ, ਜਦੋਂ ਅਸੀਂ ਕਰਮ ਤੋਂ ਵਿਹਲੇ ਹੁੰਦੇ ਹਾਂ, ਸੌਣਾ ਹੁੰਦਾ, ਆਪਣੇ ਘਰ ਨੂੰ ਜਾਣਾ ਹੁੰਦਾ, ਉਸ ਵਕਤ ਅਰਾਧ ਕੇ, ਵਿਚਾਰਾਂ ਤੋਂ ਰਹਿਤ ਹੋ ਕੇ ਆਪਣੇ ਘਰ ਨੂੰ ਜਾਣਾ। ਅਤੇ ਮਹਾਰਾਜ ਕਹਿੰਦੇ ਇੱਕ ਨਿਮਖ ਵੀ ਢਿੱਲ ਨਾ ਕਰੋ, ਦਿਨ ਰਾਤ ਉਸ ਪਰਮਾਤਮਾ ਦੀ ਅਰਾਧਨਾ ਕਰੋ ਜਿਸ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ। ਫਿਰ ਗੁਰੂ ਸਾਹਿਬ ਗੁਰਬਾਣੀ ਵਿੱਚ ਸਮਝਾਉਂਦੇ ਆ, ਕਹਿੰਦੇ ਕਿ ਅਸੀਂ ਇੱਕ ਪਲ ਵੀ ਉਸ ਪਰਮਾਤਮਾ ਨੂੰ ਨਹੀਂ ਵਿਸਾਰਦੇ। ਗੁਰਬਾਣੀ 'ਚ ਚੌਥੇ ਪਾਤਸ਼ਾਹ ਨੇ ਦੱਸਿਆ, ਕਹਿੰਦੇ ਕਬ ਕੋ ਭਾਲੇ ਘੁੰਗਰੂ ਤਾਲਾ, ਕਬ ਕੋ ਬਜਾਵੈ ਰਬਾਬ। ਕਹਿੰਦੇ ਕੋਈ ਘੁੰਗਰੂ ਲੱਭਦੇ ਆ, ਤਾਲਾਂ ਲੱਭਦੇ ਆ, ਕੋਈ ਰਬਾਬ ਵਜਾਉਂਦਾ ਹੈ। ਕਹਿੰਦੇ ਇੰਨੇ ਟਾਈਮ ਦੇ ਵਿੱਚ ਜਿਹੜਾ ਉਹ ਭਾਲ ਕਰਦੇ ਆ, ਆਵਤ ਜਾਤ ਬਾਰ ਖਿਨ ਲਾਗੇ, ਕਿ ਉਹਨਾਂ ਨੂੰ ਟਾਈਮ ਲੱਗਦਾ ਆ ਉਹ ਚੀਜ਼ਾਂ ਲੱਭਣ 'ਚ। ਹਾਂ ਤਬ ਲੱਗ ਸਮਾਰੋ ਨਾਮ। ਕਹਿੰਦੇ ਜਿਹੜਾ ਉਹ ਟਾਈਮ ਉਹ ਘੁੰਗਰੂ ਤਾਲਾਂ ਲੱਭਣ 'ਚ, ਰਬਾਬ ਵਜਾਉਣ 'ਚ ਲਾਉਂਦੇ ਆ, ਕਹਿੰਦੇ ਉਸ ਟਾਈਮ ਵੀ ਅਸੀਂ ਪਰਮਾਤਮਾ ਨੂੰ ਨਹੀਂ ਵਿਸਾਰਦੇ, ਜਿਹੜਾ ਉਹਨਾਂ ਨੂੰ ਟਾਈਮ ਲੱਗਦਾ। ਆਉਂਦੇ ਜਾਂਦੇ ਆ, ਲੱਭਦੇ ਆ ਤਾਲਾਂ ਖੜਕਾਉਣ ਲਈ, ਘੁੰਗਰੂਆਂ ਨੂੰ, ਰਬਾਬਾਂ ਨੂੰ, ਜਿਹੜੇ ਆਮ ਸਾਜ਼ ਆਪਾਂ ਇਸ ਦੁਨੀਆ ਦੇ ਵਿੱਚ ਵਜਾਉਣੇ। ਪਰਮਾਤਮਾ ਸਾਨੂੰ ਕਿਵੇਂ ਮਿਲ ਸਕਦਾ, ਉਹ ਫਿਰ ਆਪਾਂ ਨੂੰ ਸਮਝਾਇਆ ਆ ਕਿ ਇੱਕ ਨਿਮਖ ਵੀ ਢਿੱਲ ਨਹੀਂ ਕਰਨੀ। ਅਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਉਹ ਫਿਰ ਇੱਦਾਂ ਉਹ ਚੀਜ਼ਾਂ ਲੱਭਦੇ ਆ, ਟਾਈਮ ਲੱਗਦਾ ਜਿਹੜਾ ਉਹਨਾਂ ਨੂੰ, ਅਸੀਂ ਉਹ ਵੀ ਟਾਈਮ ਪਰਮਾਤਮਾ ਨੂੰ ਯਾਦ ਕਰਦੇ ਹਾਂ। ਕਹਿੰਦੇ ਐਸੀ ਪਰਮਾਤਮਾ ਨਾਲ ਸਾਡੀ ਜਿਹੜੀ ਪ੍ਰੀਤ ਬਣ ਗਈ ਆ, ਇਹ ਭਗਤੀ ਸਾਡੀ ਸ਼ੁਰੂ ਹੋ ਗਈ। ਜਿਵੇਂ ਕਹਿੰਦੇ ਮਛਲੀ ਆ, ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਐਸੀ ਸਾਡੀ ਸੁਰਤੀ ਮਾਲਕ ਨਾਲ ਲੱਗੀ ਹੋਈ ਆ ਭਗਤੀ ਦੇ ਵਿੱਚ ਕਿ ਅਸੀਂ ਵੀ ਉਸ ਪਰਮਾਤਮਾ ਦੀ ਅਰਾਧਨਾ ਤੋਂ ਬਿਨਾਂ ਨਹੀਂ ਰਹਿ ਸਕਦੇ, ਉਹ ਮਾਲਕ ਤੋਂ ਬਿਨਾਂ ਨਹੀਂ ਰਹਿ ਸਕਦੇ। ਕਹਿੰਦੇ ਮੇਰੇ ਮਨ ਐਸੀ ਭਗਤ ਬਨ ਆਈ। ਕਹਿੰਦੇ ਇਹੋ ਜਿਹੀ ਭਗਤੀ ਬਣੀ ਹੋਈ ਆ, ਇਹੋ ਜਿਹੇ ਅੰਦਰ
ਪਿਆਰ ਪੈਦਾ ਹੋ ਗਿਆ ਮਾਲਕ ਲਈ। ਕਹਿੰਦੇ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੂੰ। ਕਹਿੰਦੇ ਅਸੀਂ ਉਸ ਹਰੀ ਤੋਂ ਬਿਨਾਂ ਇੱਕ ਖਿਨ ਇੱਕ ਪਲ ਵੀ ਨਹੀਂ ਰਹਿ ਸਕਦੇ। ਫਿਰ ਉਦਾਹਰਨ ਦਿੰਦੇ ਮਛਲੀ ਦੀ, ਕਹਿੰਦੇ ਜਿਵੇਂ ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਕਹਿੰਦੇ ਜੈਸੇ ਜਲ ਬਿਨ ਮੀਨ ਮਰ ਜਾਈ। ਐਸਾ ਪਿਆਰ ਅਸੀਂ ਪ੍ਰਮਾਤਮਾ ਨਾਲ ਪਾਉਣਾ ਹੈ ਕਿ ਹਰ ਵਕਤ ਸਾਨੂੰ ਮਾਲਕ ਯਾਦ ਰਹੇ, ਹਰ ਸਾਹ ਦੇ ਨਾਲ। ਫਿਰ ਉਹਨਾਂ ਨੇ ਉਦਾਹਰਨ ਦਿੱਤੀ, ਕਹਿੰਦੇ ਕਬ ਕੋ ਮੇਲੇ ਪੰਚ ਸੱਤ ਗਾਇਨ ਕਬ ਕੋ ਰਾਗ ਧੁਨ ਉਠਾਵੇ। ਕਹਿੰਦੇ ਕੋਈ 5-7 ਗਾਉਣ ਵਾਲੇ ਇਕੱਠੇ ਕਰੇਗਾ ਕਿ ਆਓ ਆਪਾਂ ਰਲ ਕੇ ਹੁਣ ਗਾਈਏ, ਅਤੇ ਕਈ ਜਦੋਂ ਗਾਉਂਦੇ ਆ ਉਹ ਲੈ ਚੱਕਦੇ ਆ, ਸੁਰ ਚੱਕਦੇ ਆ, ਉਹ ਵੀ ਟਾਈਮ ਲੱਗਦਾ। ਕਹਿੰਦੇ ਫਿਰ ਉਹ ਇਕੱਠੇ ਹੋ ਕੇ 5-7 ਜਾਣੇ ਉਹ ਲੈ ਨੂੰ ਚੁੱਕਦੇ ਆ। ਫਿਰ ਕਹਿੰਦੇ ਮੇਲਤ ਚੁਨਤ ਖਿਨ ਪਲ ਚਸਾ ਲਾਗੇ। ਕਹਿੰਦੇ ਉਹਨਾਂ ਨੂੰ ਜਿਹੜੀ ਉਹ ਸਾਰੇ ਇਕੱਠੇ ਹੋ ਕੇ ਬੈਠ ਕੇ ਰਾਗੀਆਂ ਨੂੰ ਇਕੱਤਰ ਕਰਨ ਅਤੇ ਚੁਣਨ ਵਿੱਚ ਉਹਨਾਂ ਨੂੰ ਟਾਈਮ ਇੱਕ ਛਿਨ ਲੱਗ ਜਾਂਦਾ। ਤਬ ਲਗ ਮੇਰਾ ਮਨ ਰਾਮ ਗੁਣ ਗਾਵੇ। ਕਹਿੰਦੇ ਜਿਹੜਾ ਉਹਨਾਂ ਨੂੰ ਟਾਈਮ ਲੱਗ ਜਾਂਦਾ ਨਾ, 5-7 ਜਣਿਆਂ ਨੂੰ ਪਹਿਲਾਂ ਇਕੱਠੇ ਕਰਦੇ ਆ, ਉਹ ਰਾਗ ਵਿੱਚ ਇੱਦਾਂ ਗਾਉਣਾ ਆ, ਰਾਗੀ ਇਕੱਠੇ ਕਰਦੇ, ਫਿਰ ਲੈ ਚੁੱਕਦੇ ਆ, ਸੁਰ ਲਾਉਂਦੇ ਆ। ਕਹਿੰਦੇ ਉਹ ਵੀ ਇੱਕ ਉਹਨਾਂ ਨੂੰ ਟਾਈਮ ਲੱਗ ਜਾਂਦਾ। ਕਹਿੰਦੇ ਉਸ ਟਾਈਮ ਜਿਹੜਾ ਉਹਨਾਂ ਕੋਲ ਵੀ ਟਾਈਮ ਆ, ਉਹਦੇ ਵਿੱਚ ਵੀ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਸ ਦੇ ਗੁਣ ਗਾਉਂਦੇ ਹਾਂ। ਫਿਰ ਮਹਾਰਾਜ ਕਹਿੰਦੇ ਕੋਈ ਨੱਚਦਾ ਆ, ਉਹ ਪੈਰ ਪਸਾਰਦੇ ਆ, ਜਿਵੇਂ ਨੱਚਦੇ ਆ ਗਾਣਿਆਂ 'ਤੇ ਲੋਕ ਅੱਜ ਕੱਲ੍ਹ। ਕਹਿੰਦੇ ਜਿਹੜਾ ਨੱਚਦਾ ਆ ਨਾ, ਉਹ ਜਦੋਂ ਨੱਚਣ ਲੱਗਦਾ ਹੱਥ ਪੈਰ ਉਹਨੂੰ ਪਸਾਰਨੇ ਪੈਂਦੇ। ਕਬ ਕੋ ਨਾਚੇ ਪਾਵ ਪਸਾਰੇ ਕਬ ਕੋ ਹੱਥ ਪਸਾਰੇ, ਕਿ ਨੱਚਣ ਲੱਗਿਆ ਵੀ ਹੱਥ ਪੈਰ ਉਹਨਾਂ ਨੂੰ ਹਿਲਾਉਣੇ ਪੈਂਦੇ। ਜਿਹੜਾ ਉਹ ਵੀ ਟਾਈਮ ਆ, ਕਹਿੰਦੇ ਉਹ ਜਿਹੜਾ ਬਿਲਮ ਉਹਨਾਂ ਨੂੰ ਲੱਗਦਾ ਹੈ ਹੱਥ ਪੈਰ ਆਪਦੇ ਖਿਲਾਰਨ ਲੱਗਿਆ, ਉਹਨੇ ਟਾਈਮ 'ਚ ਵੀ ਅਸੀਂ ਮਾਲਕ ਨੂੰ ਯਾਦ ਕਰਦੇ ਹਾਂ। ਕਹਿੰਦੇ ਹਾਥ ਪਾਵ ਪਸਾਰਤ ਬਿਲਮ ਤਿਲ ਲਾਗੇ ਤਬ ਲਗ ਮੇਰਾ ਮਨ ਰਾਮ ਸਮਾਰੇ। ਕਹਿੰਦੇ ਉਹਨੇ ਟਾਈਮ ਦੇ ਵਿੱਚ ਵੀ ਅਸੀਂ ਉਸ ਪਰਮਾਤਮਾ ਦਾ ਨਾਮ ਜਪਦੇ। ਇਹ ਗੁਰਬਾਣੀ 'ਚ ਆਪਾਂ ਨੂੰ ਕਿਹਾ ਹੈ ਕਿ ਹਰ ਸਾਹ ਨਾਲ ਮਾਲਕ ਦਾ ਨਾਮ ਜਪਣਾ ਹੈ। ਅਤੇ ਫਿਰ ਉਹਨਾਂ ਨੇ ਦੱਸਿਆ ਕਿ ਜਿਹੜੇ ਆਪਾਂ ਨੂੰ ਉਦਾਹਰਨਾਂ ਦਿੱਤੀਆਂ ਗੁਰਬਾਣੀ 'ਚ, ਕੋਈ ਨੱਚਦਾ ਹੈ, ਕੋਈ ਗਾਉਂਦਾ ਆ, ਉਹਨਾਂ ਨੂੰ ਵੀ ਟਾਈਮ ਲੱਗਦਾ ਵਿੱਚ, ਅਤੇ ਉਹਨਾਂ ਕੋਲ ਟਾਈਮ ਜਿਹੜਾ ਨਿਮਖ ਪਲ ਦਾ ਉਹਨਾਂ ਨੂੰ ਲੱਗਦਾ, ਉਹ ਵੀ ਕਹਿੰਦੇ ਅਸੀਂ ਹਰੀ ਦਾ ਨਾਮ ਹੀ ਯਾਦ ਕਰਦੇ, ਉਸ ਦੇ ਹੀ ਗੁਣ ਗਾਉਣੇ। ਫਿਰ ਕਹਿੰਦੇ ਕਬ ਕੋ ਲੋਗਣ ਕੋ ਪਤਿਆਵੈ ਲੋਗ ਪਤੀਨੇ ਨਾ ਪਤ ਹੋਏ। ਕਹਿੰਦੇ ਕਈ ਜਨਤਾ ਨੂੰ ਖੁਸ਼ ਕਰਨ 'ਤੇ ਲੱਗੇ ਰਹਿੰਦੇ ਆ, ਲੋਕਾਂ ਨੂੰ ਖੁਸ਼ ਕਰਨ 'ਤੇ ਲੱਗੇ ਰਹਿੰਦੇ ਆ। ਉਹ ਜਿਹੜਾ ਟਾਈਮ ਖਰਾਬ ਕਰਦੇ ਦੂਜਿਆਂ ਨੂੰ ਖੁਸ਼ ਕਰਨ 'ਤੇ, ਕਹਿੰਦੇ ਉਹਦੇ ਨਾਲ ਇੱਜ਼ਤ ਨਹੀਂ ਹੁੰਦੀ। ਲੋਕਾਂ ਨੂੰ ਖੁਸ਼ ਕਰਨ 'ਤੇ ਲੱਗੇ ਹੋਏ ਕਿ ਆਹ ਅਸੀਂ ਕੰਮ ਕਰਾਂਗੇ ਅਤੇ ਲੋਕ ਸਾਨੂੰ ਸ਼ਾਬਾਸ਼ ਦੇਣਗੇ। ਉਹ ਦੂਜਿਆਂ ਵਾਲੀ ਸਰੀਰ ਦਾ ਵੀ ਜੇ ਆਪਣੇ ਆਪ ਨੂੰ ਸਵਾਰਨਾ ਕਿ ਦੂਜਿਆਂ 'ਤੇ ਨਿਰਭਰ ਕਿ ਦੂਜੇ ਦੀ ਸਿਫਤ ਕਰਨ, ਕੋਈ ਵੀ ਦੁਨਿਆਵੀ ਕੰਮ ਵੀ ਕਰਨਾ ਕਿ ਦੂਜੇ ਕੋਈ ਸਿਫਤ ਇਹਦੀ ਕਰਨ। ਅਤੇ ਮਹਾਰਾਜ ਕਹਿੰਦੇ ਜੇ ਲੋਕਾਂ ਨੂੰ ਪਤਿਆਉਂਦੇ ਰਹੇ ਕੋਈ ਵੀ ਕੰਮ ਕਰਨ ਵਿੱਚ, ਲੋਕਾਂ ਨੂੰ ਅਸੀਂ ਅੱਗੇ ਰੱਖਿਆ, ਦੁਨੀਆ ਨੂੰ, ਜਨਤਾ ਨੂੰ ਅੱਗੇ ਰੱਖਿਆ, ਅਤੇ ਮਹਾਰਾਜ ਕਹਿੰਦੇ ਫਿਰ ਇੱਜ਼ਤ ਨਹੀਂ ਹੁੰਦੀ। ਕਹਿੰਦੇ ਲੋਕ ਪਤੀਨੇ ਨਾ ਪਤ ਹੋਏ, ਪਤ ਹੁੰਦੀ ਇੱਜ਼ਤ। ਕਹਿੰਦੇ ਲੋਕਾਂ ਨੂੰ ਪਤਿਆਉਣ ਨਾਲ, ਲੋਕਾਂ ਦੇ ਲਈ ਕੰਮ ਕਰਨਾ, ਜਨਤਾ ਨੂੰ ਪ੍ਰਸੰਨ ਕਰਨ ਵਿੱਚ ਹੀ ਲੱਗੇ ਰਹਿੰਦੇ ਆ, ਫਿਰ ਉਹਦੇ ਨਾਲ ਇੱਜ਼ਤ ਨਹੀਂ ਮਿਲਦੀ। ਫਿਰ ਕਹਿੰਦੇ ਜਨ ਨਾਨਕ ਹਰ ਹਿਰਦੇ ਸਦ ਧਿਆਵੋ। ਮਹਾਰਾਜ ਕਹਿੰਦੇ ਜਦੋਂ ਹਿਰਦੇ ਵਿੱਚ ਉਸ ਪਰਮਾਤਮਾ ਨੂੰ ਧਿਆਉਂਦੇ ਆ ਤਾਂ ਜੈ ਜੈ ਕਰੇ ਸਭ ਕੋਏ, ਕਿ ਸਾਰੇ ਫਿਰ ਜੈ ਜੈਕਾਰ ਕਰਦੇ। ਕਿਉਂਕਿ ਜਿਹੜਾ ਪਰਮਾਤਮਾ ਨੂੰ ਮਿਲ ਜਾਂਦਾ ਆ, ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ। ਅਤੇ ਮਹਾਰਾਜ ਨੇ ਗੁਰਬਾਣੀ 'ਚ ਦੱਸਿਆ ਹੈ ਕਿ ਜਿਹੜਾ ਮੇਰੇ ਨਾਲ ਇੰਨੀ ਪ੍ਰੀਤ ਪਾਉਂਦਾ, ਮੇਰਾ ਹੀ ਧਿਆਨ ਧਰਦਾ, ਉਹ ਕਹਿੰਦੇ ਉਹ ਦਾਸ ਮੇਰਾ ਅਨੰਨ ਸਰੂਪ ਆ, ਮੇਰਾ ਨਿੱਜ ਸਰੂਪ ਆ। ਗੁਰਬਾਣੀ 'ਚ ਆਪਾਂ ਨੂੰ ਭੇਜ ਦਿੱਤਾ ਆ। ਜਿਸ ਤਰ੍ਹਾਂ ਭਗਤਾਂ ਨੇ, ਗੁਰੂ ਸਾਹਿਬਾਨ ਨੇ ਪਰਮਾਤਮਾ ਨੂੰ ਯਾਦ ਕਰਕੇ ਪਰਮਾਤਮਾ ਨਾਲ ਮਿਲਾਪ ਕੀਤਾ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਵੀ ਉਸੇ ਤਰੀਕੇ ਨਾਲ ਹੀ ਆਪਣੇ ਜੀਵਨ ਨੂੰ ਢਾਲਣਾ ਹੁੰਦਾ। ਦਿਨ ਰਾਤ ਸਿਮਰਨ ਕਰਕੇ ਜੋ ਫਿਰ ਗੁਰਬਾਣੀ ਪੜ੍ਹਦੇ ਹਾਂ, ਜਿੱਦਾਂ ਚੌਥੇ ਪਾਤਸ਼ਾਹ ਸਾਨੂੰ ਸਮਝਾ ਰਹੇ ਆ ਕਿ ਜਿਹੜਾ ਟਾਈਮ ਉਹਨਾਂ ਨੂੰ ਇੱਦਾਂ ਲੱਗਦਾ ਸੀ, ਉਸ ਟਾਈਮ ਨੂੰ ਵੀ ਨਹੀਂ ਅਸੀਂ ਗਵਾਉਂਦੇ, ਉਹ ਵੀ ਟਾਈਮ ਸਿਮਰਨ ਕਰਦੇ ਹਾਂ, ਪਰਮਾਤਮਾ ਨੂੰ ਯਾਦ ਰੱਖਦੇ ਹਾਂ। ਗੁਰਬਾਣੀ ਸਮਝਾਇਆ ਕਿ ਜਦੋਂ ਇਸ ਅਵਸਥਾ 'ਤੇ ਮਨ ਆ ਜਾਂਦਾ ਅਤੇ ਪਰਮਾਤਮਾ ਹਰ ਵਕਤ ਸਾਡੇ ਪਹਿਰੇ 'ਤੇ ਰਹਿੰਦੇ। ਜਿਹਨੂੰ ਮਹਾਰਾਜ ਕਹਿੰਦੇ ਉਠਤ ਸੋਵਤ ਹਰ ਸੰਗ ਪਹਿਰੂਆ। ਹਰ ਵਕਤ ਜੇ ਅਸੀਂ ਪਰਮਾਤਮਾ ਨੂੰ ਯਾਦ ਰੱਖਦੇ ਅਤੇ ਹਰ ਵਕਤ ਪਰਮਾਤਮਾ ਦੀ ਨਿਗਰਾਨੀ 'ਚ ਅਸੀਂ ਰਹਿੰਦੇ ਹਾਂ। ਸੋ ਫਿਰ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਭੇਜ ਦਿੰਦੇ ਆ। ਫਿਰ ਉਸ ਵਕਤ ਮਨ ਪਰਮਾਤਮਾ ਦਾ
ਸੇਵਕ ਬਣ ਜਾਂਦਾ। ਤੇ ਮਹਾਰਾਜ ਕਹਿੰਦੇ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ। ਜਦੋਂ ਇਸ ਤਰੀਕੇ ਨਾਲ ਮਨ ਵਿਚਰਦਾ ਆ, ਹਰ ਵਕਤ ਮਾਲਕ ਨੂੰ ਯਾਦ ਰੱਖਦਾ ਆ, ਤੇ ਮਹਾਰਾਜ ਕਹਿੰਦੇ ਆਪਣੇ ਸੇਵਕ ਦੀ ਪੱਤ ਮਾਲਕ ਆਪ ਰੱਖਦਾ ਹੈ। ਜਹ ਜਹ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ। ਕਹਿੰਦੇ ਜਿੱਥੇ ਵੀ ਸੇਵਕ ਨੂੰ ਜ਼ਰੂਰਤ ਪੈਂਦੀ ਆ ਪਰਮਾਤਮਾ ਦੀ, ਮਾਲਕ ਉੱਥੇ ਹੀ ਹਾਜ਼ਰ ਹੋ ਜਾਂਦੇ ਆ, ਸੇਵਕ ਨੂੰ ਨਿਕਟ ਹੋ ਕੇ ਦਿਖਾਉਂਦੇ ਆ। ਗੁਰੂ ਸਾਹਿਬ ਗੁਰਬਾਣੀ ਵਿੱਚ ਸਾਨੂੰ ਭੇਜਦੇ ਰਹੇ ਕਿ ਸਾਡੀ ਇੰਨੀ ਪ੍ਰੀਤ ਮਾਲਕ ਨਾਲ ਬਣੇ, ਹਰ ਵਕਤ ਅਸੀਂ ਉਸ ਨੂੰ ਯਾਦ ਰੱਖੀਏ ਕਿ ਮਾਲਕ ਹਰ ਵਕਤ ਸਾਡੇ, ਅਸੀਂ ਮਾਲਕ ਦੀ ਨਿਗਰਾਨੀ ਵਿੱਚ ਹੋ ਜਾਈਏ। ਪਰਮਾਤਮਾ ਤਾਂ ਸਾਨੂੰ ਸਾਰਿਆਂ ਨੂੰ ਦੇਖ ਰਿਹਾ। ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ, ਜਗਤ ਸੰਸਾਰ ਡਿਠੈ ਮੁਕਤ ਨ ਹੋਵਈ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਕਿ ਸਾਰੇ ਹੀ ਸਤਿਗੁਰ, ਤੇ ਸਤਿਗੁਰ ਪਰਮਾਤਮਾ ਨੂੰ ਕਿਹਾ ਹੈ, ਕਹਿੰਦੇ ਸਾਰੇ ਹੀ ਸਤਿਗੁਰ ਨੂੰ ਦੇਖ ਰਹੇ ਆ, ਲੇਕਿਨ ਭੇਦ ਨਹੀਂ। ਉਹ ਮਾਲਕ ਵੀ ਸਾਨੂੰ ਦੇਖ ਰਿਹਾ ਆ, ਸੁਣ ਰਿਹਾ ਆ, ਤੇ ਸਾਨੂੰ ਪਤਾ ਹੀ ਨਹੀਂ ਕਿੱਥੇ ਸੁਣ ਰਹੇ ਆ, ਕਿੱਥੇ ਸਾਨੂੰ ਬੈਠ ਕੇ ਦੇਖ ਰਹੇ ਆ। ਤੇ ਮਹਾਰਾਜ ਕਹਿੰਦੇ ਆ ਜਿੰਨਾ ਚਿਰ ਸ਼ਬਦ ਦੀ ਅਸੀਂ ਵਿਚਾਰ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਪਰਮਾਤਮਾ ਦਾ, ਮਾਲਕ ਦਾ ਭੇਦ ਨਹੀਂ ਲੱਗਦਾ। ਫਿਰ ਕਹਿੰਦੇ ਸੇਵਕ ਕੋ ਨਿਕਟੀ ਹੋਏ ਦਿਖਾਵੇ। ਜਿਹੜਾ ਮਾਲਕ ਦੇ ਹਰ ਵਕਤ ਨਿਗਰਾਨੀ 'ਚ, ਯਾਦ 'ਚ ਰਹਿੰਦਾ ਹੈ, ਮਾਲਕ ਨੂੰ ਯਾਦ ਰੱਖਦਾ ਆ, ਮਾਲਕ ਨਾਲ ਮਿਲਾਪ ਕਰਦਾ ਆ, ਕਹਿੰਦੇ ਫਿਰ ਉਹਨੂੰ ਨਿਕਟ ਨੇੜੇ ਹੋ ਕੇ ਦਿਖਾਉਂਦਾ ਮਾਲਕ। ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਕਹਿੰਦੇ ਜਿੱਥੇ ਵੀ ਸੇਵਕ ਨੂੰ ਜ਼ਰੂਰਤ ਪੈਂਦੀ ਮਾਲਕ ਦੀ, ਉੱਥੇ ਹੀ ਹਾਜ਼ਰ ਹੋ ਜਾਂਦੇ ਆ। ਸੋ ਆਪਾਂ ਇਸ ਤਰੀਕੇ ਨਾਲ ਸਿਮਰਨ ਕਰਨਾ, ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ 'ਚ ਦੱਸਦੇ ਆ, ਇਸ ਤਰੀਕੇ ਨਾਲ ਭਗਤੀ ਕਰਨੀ ਕਿ ਅਸੀਂ ਮਾਲਕ ਦੇ ਨੇੜੇ ਹੋ ਜਾਈਏ, ਮਾਲਕ ਦੇ ਨਾਲ ਮਿਲਾਪ ਕਰ ਲਈਏ, ਹਰ ਵਕਤ ਉਸ ਮਾਲਕ ਨੂੰ ਯਾਦ ਰੱਖੀਏ। ਤੇ ਜਦੋਂ ਮਹਾਰਾਜ ਕਹਿੰਦੇ ਇਸ ਅਵਸਥਾ 'ਚ ਮਨ ਚਲਾ ਜਾਂਦਾ ਆ, ਕਹਿੰਦੇ ਦਾਸ ਅਨੰਨ ਅਨੰਨ ਮੇਰੇ ਨਿਜ ਸਰੂਪ। ਕਹਿੰਦੇ ਕਿ ਜਿਹੜਾ ਦਾਸ ਆ, ਜਿਹੜਾ ਇਸ ਤਰੀਕੇ ਨਾਲ ਸੇਵਕ ਮਾਲਕ ਦਾ ਬਣ ਜਾਂਦਾ, ਪਰਮਾਤਮਾ ਨੂੰ ਹਰ ਵਕਤ ਯਾਦ ਰੱਖਦਾ, ਵਿਛੋੜਾ ਨਹੀਂ ਪੈਣ ਦਿੰਦਾ, ਹਰ ਵਕਤ ਮਾਲਕ ਦੇ ਨਾਲ ਵੱਸਦਾ। ਤੇ ਮਹਾਰਾਜ ਕਹਿੰਦੇ ਗੁਰਬਾਣੀ 'ਚ ਦੱਸਿਆ ਉਹ ਪਰਮਾਤਮਾ ਦਾ ਆਪਣਾ ਨਿੱਜ ਸਰੂਪ ਆ, ਜਿਹਨੂੰ ਮਹਾਰਾਜ ਕਹਿੰਦੇ ਜਿਹੜਾ ਹਰੀ ਦਾ ਜਨ ਹਰੀ ਦੇ ਨਾਲ ਮਿਲ ਜਾਂਦਾ, ਇਹ ਇੱਕ ਰੂਪ ਹੋ ਜਾਂਦਾ। ਤੇ ਪਰਮਾਤਮਾ ਵੀ ਆਪਣੇ ਸੇਵਕ ਨੂੰ ਵਡਿਆਈ ਬਖਸ਼ਦੇ ਆ। ਕਹਿੰਦੇ ਜਿਹੜਾ ਦਾਸ ਆ ਉਹ ਮੇਰਾ ਹੀ ਨਿੱਜ ਸਰੂਪ ਆ। ਫਿਰ ਕਹਿੰਦੇ ਕਿ ਜਿਹੜਾ ਦਾਸ ਚੀਜ਼ ਕਰਦਾ ਆ, ਜਿਹੜਾ ਮਾਲਕ ਦੇ ਹੁਕਮ 'ਚ ਆ ਜਾਂਦਾ, ਮਾਲਕ ਨਾਲ ਮਿਲਾਪ ਕਰ ਲੈਂਦਾ, ਮਾਲਕ ਉਸ ਨੂੰ ਆਪਣਾ ਬਣਾ ਲੈਂਦੇ ਪਰਮਾਤਮਾ, ਕਹਿੰਦੇ ਫਿਰ ਉਹ ਮੇਰਾ ਹੀ ਨਿੱਜ ਸਰੂਪ ਆ। ਉਹ ਫਿਰ ਭਗਤ ਬਣ ਜਾਂਦਾ ਮਨ। ਤੇ ਜਿਹੜੀ ਫਿਰ ਭਗਤ ਗੱਲ ਕਰ ਦਿੰਦੇ ਆ, ਫਿਰ ਮਹਾਰਾਜ ਕਹਿੰਦੇ ਸਾਡੇ ਤੋਂ ਵੀ ਨਹੀਂ ਛੁੱਟਦੀ। ਮੇਰੀ ਬਾਂਦੀ ਭਗਤ ਛਿੜਾਵੇ, ਬਾਂਦੇ ਭਗਤ ਨਾ ਛੂਟੈ ਮੋਹੀ। ਕਹਿੰਦੇ ਇਸ ਅਵਸਥਾ ਦੇ ਵਿੱਚ ਜਿਹੜਾ ਸੇਵਕ ਚਲਾ ਜਾਂਦਾ ਆ ਕਿ ਮਾਲਕ ਉਸ ਨੂੰ ਆਪਣਾ ਹੀ ਨਿੱਜ ਸਰੂਪ, ਕਹਿੰਦੇ ਮੇਰਾ ਹੀ ਨਿੱਜ ਸਰੂਪ ਆ। ਤੇ ਫਿਰ ਕਹਿੰਦੇ ਕਿ ਇਸ ਅਵਸਥਾ 'ਚ ਕਹਿੰਦੇ ਜਿਹੜਾ ਭਗਤ ਬਣ ਜਾਂਦਾ, ਉਹਦੀ ਇੰਨੀ ਅਵਸਥਾ ਹੋ ਜਾਂਦੀ, ਮਾਲਕ ਨਾਲ ਮਿਲਾਪ ਕਰ ਲੈਂਦਾ। ਫਿਰ ਕਹਿੰਦੇ ਮੇਰੀ ਬਾਂਦੀ ਭਗਤ ਛਡਾਵੇ। ਕਹਿੰਦੇ ਜਿਹੜੀ ਮੇਰੀ ਬੰਨੀ ਹੋਈ ਚੀਜ਼ ਉਹ ਭਗਤ ਛਡਾ ਲੈਂਦਾ। ਤੇ ਜਿਹੜਾ ਭਗਤ ਬੰਨ੍ਹਦੇ ਕਹਦੇ ਕਿਆ ਚੀਜ਼ ਆ ਹੋਣੀ ਚਾਹੀਦੀ, ਤੇ ਕਹਿੰਦੇ ਭਗਤ ਦੀ ਜਿਹੜੀ ਬੰਨੀ ਹੋਈ ਚੀਜ਼ ਉਹ ਮੇਰੇ ਤੋਂ ਨਹੀਂ ਛੁੱਟਦੀ। ਬੰਨ੍ਹਦੇ ਭਗਤ ਨਾ ਛੂਟੇ ਮੋਹੀ। ਫਿਰ ਇਹੀ ਗੁਰਬਾਣੀ 'ਚ ਆਪਾਂ ਨੂੰ ਸਮਝਾਇਆ ਹੈ ਕਿ ਇਸ ਅਵਸਥਾ 'ਚ ਮੰਨੇ ਜਾਣਾ ਜਿੱਥੇ ਅਸੀਂ ਭਗਤ ਬਣ ਜਾਈਏ। ਜਿਹੜੀ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਭੇਜ ਦਿੰਦੇ ਕਿ ਭਗਤ ਕਿਸ ਅਵਸਥਾ 'ਚ ਜਾ ਕੇ ਮਨ ਬਣਦਾ। ਮਹਾਰਾਜ ਕਹਿੰਦੇ ਸੂਖ ਮਹਿਲ ਜਾ ਕੇ ਊਚ ਦਵਾਰੇ, ਤਾਂ ਮਹਿ ਵਸੈ ਭਗਤ ਪਿਆਰੇ। ਕਿ ਜਦੋਂ ਸਾਡਾ ਮਨ ਸੂਖ ਮਹਿਲ ਵਿੱਚ ਨਿਵਾਸ ਕਰ ਲੈਂਦਾ, ਪਰਮਾਤਮਾ ਨਾਲ ਮਿਲਾਪ ਕਰਕੇ ਸੂਖ ਮਹਿਲ ਵਿੱਚ ਨਿਵਾਸਦਾ, ਉਹਨੂੰ ਭਗਤ ਕਿਹਾ ਗੁਰਬਾਣੀ 'ਚ। ਅਤੇ ਜਿਹੜੀ ਭਗਤ ਫਿਰ ਬਾਣੀ ਬੋਲਦੇ ਉਹ ਉੱਤਮ ਹੁੰਦੀ ਆ। ਜਿਵੇਂ ਸਾਧੂ ਬੋਲਦੇ, ਅਚਰਜ ਕਥਾ ਨੂੰ ਗੁਰਬਾਣੀ 'ਚ ਕਿਹਾ ਆ, ਇੱਦਾਂ ਹੀ ਜੋ ਭਗਤ ਬੋਲਦੇ ਆ ਉਹਨਾਂ ਦੀ ਬਾਣੀ ਮਾਰੇ ਕਹਿੰਦੇ ਉੱਤਮ ਹੁੰਦੀ ਆ। ਉਹ ਵੀ ਅਕਥ ਕਥਾ ਦੁਆਰਾ ਪਰਮਾਤਮਾ ਦਾ ਵਿਖਿਆਨ ਕਰਦੇ ਆ।
ਕਹਿੰਦੇ ਭਗਤਾਂ ਕੀ ਉੱਤਮ ਬਾਣੀ ਗਾਵੇ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤਿਨ ਕੇਰਾ ਆਪ ਤਰੇ ਕੁੱਲ ਤਾਰੀ। ਭਗਤਾਂ ਨੂੰ ਮਹਾਰਾਜ ਕਹਿੰਦੇ ਆ ਜਿਹੜਾ ਸੁਖ ਮਹਿਲ ਵਿੱਚ ਮਾਲਕ ਨਾਲ ਮਿਲਾਪ ਕਰਕੇ ਸੁਖ ਮਹਿਲ ਵਿੱਚ ਬੈਠ ਜਾਂਦਾ। ਅਤੇ ਫਿਰ ਮਹਾਰਾਜ ਕਹਿੰਦੇ ਜਿਹੜਾ ਮਨ ਸੁਖ ਮਹਿਲ ਵਿੱਚ ਬੈਠਾ ਉਹਨੂੰ ਭਗਤ ਕਿਹਾ ਆ। ਅਤੇ ਜਿਹੜਾ ਭਗਤ ਬਣ ਜਾਂਦਾ ਹੈ ਅਤੇ ਮਹਾਰਾਜ ਫਿਰ ਉਹਨੂੰ ਵਡਿਆਈ ਦਿੰਦੇ ਆ। ਕਹਿੰਦੇ ਜਿਹੜੀ ਭਗਤ ਚੀਜ਼ ਬੰਨ੍ਹ ਦਿੰਦਾ ਉਹ ਮੇਰੇ ਤੋਂ ਨਹੀਂ ਛੁੱਟਦੀ ਅਤੇ ਮੇਰੀ ਬੰਨੀ ਹੋਈ ਭਗਤ ਛੁਡਾ ਲੈਂਦੇ। ਸੋ ਇਹ ਆਪਾਂ ਨੂੰ ਗੁਰਬਾਣੀ 'ਚ ਦੱਸਿਆ। ਕਹਿੰਦੇ ਏਕ ਸਮੇਂ ਮੋਕੋ ਗਹਿ ਬਾਂਧੇ ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਕਹਿੰਦੇ ਫਿਰ ਸਾਨੂੰ ਜਵਾਬ ਵੀ ਨਹੀਂ ਹੁੰਦਾ ਕਿ ਜਿਹੜੀ ਅਵਸਥਾ 'ਤੇ ਭਗਤ ਚਲਾ ਜਾਂਦਾ, ਇੰਨਾ ਪਿਆਰ ਪਰਮਾਤਮਾ ਨਾਲ ਪੈ ਜਾਂਦਾ ਹੈ। ਪਿਆਰ ਪਾਉਣਾ ਪਰਮਾਤਮਾ ਨਾਲ ਬਹੁਤ ਜ਼ਰੂਰੀ ਹੈ। ਜਿਵੇਂ ਜਿਵੇਂ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿੱਚ ਆਪਣੀ ਖੋਜ ਕਰਦੇ ਹਾਂ, ਸਾਡੀ ਪਰਮਾਤਮਾ ਨਾਲ ਪ੍ਰੀਤ ਪੈ ਜਾਂਦੀ ਹੈ। ਅਤੇ ਫਿਰ ਮਹਾਰਾਜ ਗੁਰਬਾਣੀ 'ਚ ਦੱਸਦੇ ਆ ਕਿ ਜਦੋਂ ਅੰਤਰ ਨਾਮ ਵਸ ਜਾਂਦਾ, ਕਾਇਆ ਨੂੰ ਸੋਧ ਲੈਂਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਫਿਰ ਮਹਾਰਾਜ ਕਹਿੰਦੇ ਪਰਮਾਤਮਾ ਨਾਲ ਜਿਹੜਾ ਮਿਲਾਪ ਹੋ ਜਾਂਦਾ, ਇੱਕਮਿਕ ਮਨ ਹੋ ਜਾਂਦਾ, ਮਾਲਕ ਉਸ ਨੂੰ ਵਡਿਆਈ ਦਿੰਦੇ। ਫਿਰ ਆਂਦੇ ਮਾਨ ਮੋਹ ਤਿਆਗ ਛੋਡਿਓ ਤੋ ਨਾਨਕ ਹਰਿ ਜਿਉ ਪਿਟਣਾ। ਜਦੋਂ ਫਿਰ ਅਸੀਂ ਤ੍ਰੈ ਗੁਣਾਂ ਵਿੱਚ ਜੀਵ ਵਿਚਰਦੇ ਹਾਂ ਅਤੇ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਵੀ ਪਰਮਾਤਮਾ ਦੇ ਨਾਲ ਜੇ ਮਿਲਾਪ ਕਰਨਾ ਆ, ਮਾਨ ਨੂੰ ਛੱਡ ਦਿਓ, ਹਉਮੈ ਹੰਕਾਰ ਛੱਡੋ, ਮੋਹ ਨੂੰ ਛੱਡੋ, ਤਿਆਗ ਦਿਓ ਇਹਨਾਂ ਨੂੰ, ਤਾਂ ਉਹ ਨਾਨਕ ਹਰਿ ਜਿਉ ਪਿਟਣਾ। ਫਿਰ ਕਹਿੰਦੇ ਪਰਮਾਤਮਾ ਆ ਕੇ ਤੁਹਾਡੇ ਨਾਲ ਮਿਲਾਪ ਕਰ ਲਏਗਾ। ਜਦੋਂ ਤੁਸੀਂ ਤ੍ਰੈ ਗੁਣਾਂ ਤੋਂ ਅਤੀਤ ਹੋ ਗਏ, ਵਿਚਾਰਾਂ ਤੋਂ ਰਹਿਤ ਹੋ ਗਏ, ਜਿਵੇਂ ਹੁਣ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਘੰਟਾ ਕੀਤਾ, ਇਸ ਤਰੀਕੇ ਨਾਲ ਅਸੀਂ ਸੰਸਾਰ 'ਚ ਵਿਚਰਨ, ਸਾਨੂੰ ਯਾਦ ਬਣੀ ਰਵੇ ਪਰਮਾਤਮਾ ਦੀ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ 'ਚ ਵਾਰ-ਵਾਰ ਸਾਨੂੰ ਇਹੀ ਸਮਝਾਇਆ ਕਿਵੇਂ ਅਸੀਂ ਮਿਲਾਪ ਕਰਨਾ, ਕਿਹੜੀਆਂ ਰੁਕਾਵਟਾਂ ਆ, ਕਿਵੇਂ ਰੁਕਾਵਟਾਂ ਨੂੰ ਦੂਰ ਕਰਨਾ। ਜਦੋਂ ਫਿਰ ਹਰ ਵਕਤ ਇਸ ਅਵਸਥਾ 'ਚ ਮਨ ਆ ਜਾਂਦਾ, ਫਿਰ ਮਹਾਰਾਜ ਕਹਿੰਦੇ ਜਿੰਨਾ ਵੀ ਅਰਥ ਆ, ਧਰਮ ਆ, ਮੋਖ ਆ, ਇਹ ਸਾਰੀਆਂ ਹੀ ਪ੍ਰਾਪਤੀਆਂ ਹੋ ਜਾਂਦੀਆਂ। ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਜਿਹੜਾ ਪਰਮਾਤਮਾ ਦਾ ਨਾਮ ਨੂੰ ਹਾਸਲ ਕਰ ਲੈਂਦਾ, ਜੋ ਸਾਡੇ ਸਾਰਿਆਂ ਦੇ ਅੰਦਰ ਨਾਮ ਆ, ਜਿਸ ਨੂੰ ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ। ਕਿ ਉਹ ਪਰਮਾਤਮਾ ਦਾ ਜਿਹੜਾ ਨਾਮ ਆ ਉਹ ਸਾਡੇ ਇਸ ਸਰੀਰ ਵਿੱਚ ਹੈ। ਮਹਾਰਾਜ ਕਹਿੰਦੇ ਸੁਨ ਸਮਾਦ ਅਨਹਦ ਤੇ ਨਾਦ ਕਹਿ ਨ ਜਾਈ ਅਚਰਜ ਬਿਸਮਾਦ। ਫਿਰ ਕਹਿੰਦੇ ਜਦੋਂ ਸਿਮਰਨ ਕਰਦੇ ਸੁਨ ਸਮਾਧ ਵਿੱਚ ਜਾਂਦੇ ਹਾਂ, ਉੱਥੇ ਫਿਰ ਉਸ ਨਾਮ ਨਾਦ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕਹਿੰਦੇ ਉਹ ਕਹਿਣ ਤੋਂ ਬਾਹਰ ਆ, ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿੰਨ ਜਨ ਸੋਝੀ ਪਾਏ। ਕਹਿੰਦੇ ਕਿ ਜਿਨ੍ਹਾਂ ਨੂੰ ਪਰਮਾਤਮਾ ਬਖਸ਼ਿਸ਼ ਕਰਦੇ ਆ, ਉਹ ਇਹ ਸਾਰਾ ਭੇਦ ਉਹਨਾਂ ਨੂੰ ਦਿਖਾ ਦਿੰਦੇ ਆ। ਨਾਮ ਵੀ ਉਹਨਾਂ ਦੇ ਪ੍ਰਗਟ ਹੁੰਦਾ, ਸੁਣਦੇ ਗੁਰਮੁਖ ਨਾਮ ਵਿੱਚ ਸਮਾ ਕੇ ਸੱਚ ਨਾਲ ਮਿਲਾਪ ਕਰਦੇ ਆ, ਉਹ ਵੀ ਸਾਨੂੰ ਫਿਰ ਭੇਦ ਦਿੰਦੇ ਆ। ਫਿਰ ਕਹਿੰਦੇ ਉਹਨਾਂ ਦੇ ਅੰਦਰ, ਹੁਣ ਅਸੀਂ ਆਪਣੇ ਅੰਦਰ ਝਾਤੀ ਮਾਰਨੀ, ਮਹਾਰਾਜ ਕਹਿੰਦੇ ਨਿਸ਼ਾਨੀ ਆ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ। ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਜਿਨ ਅੰਤਰੇ ਰਾਮ ਨਾਮ ਵਸੇ। ਹੁਣ ਜਿਹੜਾ ਆਪਾਂ ਸੰਸਾਰੀ ਜੀਵ ਸੰਸਾਰ 'ਚ ਵਿਚਰ ਰਹੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਨਾਮ ਨੂੰ ਸੁਣਦੇ ਹਾਂ, ਮਹਾਰਾਜ ਨਿਸ਼ਾਨੀ ਦੱਸਦੇ ਆ ਕਿ ਜਿਨ੍ਹਾਂ ਅੰਦਰ ਨਾਮ ਵਸ ਜਾਂਦਾ ਉਹਦੀ ਦੀ ਕੀ ਅਵਸਥਾ ਬਣ ਜਾਂਦੀ। ਮਹਾਰਾਜ ਫਰਮਾਉਂਦੇ ਗੁਰਬਾਣੀ 'ਚ ਜਿਨ ਅੰਤਰੇ ਰਾਮ ਨਾਮ ਵਸੇ ਤਿਨ ਚਿੰਤਾ ਸਭ ਗਵਾਇਆ ਰਾਮ। ਕਹਿੰਦੇ ਉਹਨਾਂ ਦੀਆਂ ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ। ਹੁਣ ਅਸੀਂ ਵੇਖਣਾ ਕਿ ਅਸੀਂ ਕਈ ਵਾਰੀ ਚਿੰਤਾ ਵਿੱਚ ਫਿਰ ਵੀ ਪੈ ਜਾਂਦੇ ਹਾਂ ਕਿ ਇਹਦਾ ਮਤਲਬ ਕਿ ਅਸੀਂ ਅਜੇ ਪੂਰੀ ਤਰ੍ਹਾਂ ਨਾਮ ਨੂੰ ਪਕੜ ਨਹੀਂ ਰਹੇ। ਮਹਾਰਾਜ ਕਹਿੰਦੇ ਉਹਦੀਆਂ ਦੀ ਚਿੰਤਾ ਹੀ ਖਤਮ ਹੋ ਜਾਂਦੀਆਂ ਜਦੋਂ ਸਮਝ ਆ ਜਾਏ ਗੁਰਬਾਣੀ ਦੁਆਰਾ ਸਾਨੂੰ ਖੇਲ। ਜਿਨ੍ਹਾਂ ਦੇ ਅੰਦਰ ਉਹ ਨਾਮ ਵਸ ਗਿਆ, ਉਹ ਨਾਮ ਪ੍ਰਗਟ ਹੋ ਗਿਆ, ਅਸੀਂ ਉਹਨੂੰ ਵਸਾਉਣਾ ਹੈ ਸੁਣ ਸੁਣ ਕੇ। ਜਦੋਂ ਅਸੀਂ ਸੁਣੀ ਜਾਂਦੇ ਹਾਂ ਧਿਆਨ ਦੇ ਦੁਆਰਾ, ਉਹ ਮਨ 'ਚ ਸਾਡੇ ਵਸੀ ਜਾਂਦਾ। ਜਿਵੇਂ ਗੁਰਮੰਤਰ ਅਸੀਂ ਵਸਾਉਣੇ ਆ, ਵਾਰ-ਵਾਰ ਗੁਰਮੰਤਰ ਦਾ ਅਭਿਆਸ ਕਰ ਕਰਕੇ ਗੁਰਮੰਤਰ ਇੰਨਾ ਸਾਡੇ ਅੰਦਰ ਵਸ ਜਾਂਦਾ, ਸਾਨੂੰ ਹਰ ਵਕਤ ਕਈ ਵਾਰੀ ਬੈਠੇ ਵੀ ਆ ਤਾਂ ਵੀ ਗੁਰਮੰਤਰ ਦੀ ਆਵਾਜ਼ ਸੁਣਾਈ ਦਿੰਦੀ, ਰੋਮ ਰੋਮ ਸਿਮਰਨ ਚੱਲ ਪੈਂਦਾ, ਉਸ ਵਕਤ ਸਾਡੇ ਅੰਦਰ ਗੁਰਮੰਤਰ ਵਸ ਜਾਂਦਾ। ਇੱਦਾਂ ਹੀ ਜਿਹੜਾ ਰਾਮ ਦਾ ਨਾਮ ਆ ਉਹ ਵਸਣ ਦੀ ਇਹੀ ਨਿਸ਼ਾਨੀ। ਮਹਾਰਾਜ ਕਹਿੰਦੇ ਚਿੰਤਾ ਤੋਂ ਰਹਿਤ ਹੋ ਜਾਂਦਾ ਮਨ, ਜਿਨ੍ਹਾਂ ਦੇ ਅੰਦਰ ਰਾਮ ਦਾ ਨਾਮ ਵਸ ਜਾਂਦਾ
ਤਿਨ ਚਿੰਤਾ ਸਭ ਗਵਾਇਆ ਰਾਮ। ਫਿਰ ਕਹਿੰਦੇ ਸਭ ਅਰਥਾ ਸਭ ਧਰਮ ਮਿਲੇ, ਮਨ ਚਿੰਦਿਆ ਸੋ ਫਲ ਪਾਇਆ ਰਾਮ। ਕਹਿੰਦੇ ਅਰਥਚਾਰਾ, ਜਿਹੜਾ ਆਪਾਂ ਅਰਥਚਾਰੇ ਆਉਣੇ ਰਜੋਗੁਣ ਹੱਟ 'ਤੇ ਉੱਥੇ ਅਸੀਂ ਸਾਰੇ ਅਰਥਚਾਰਾ ਲੈਣ ਆਉਂਦੇ। ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਬਿਜ਼ਨਸ ਕਰਦਾ, ਇਸ ਤਨ ਨੂੰ ਪਾਲਣ ਵਾਸਤੇ ਆਉਣੇ ਆ। ਅਤੇ ਮਹਾਰਾਜ ਕਹਿੰਦੇ ਆ ਕਿ ਜਦੋਂ ਤੁਸੀਂ ਰਾਮ ਦਾ ਨਾਮ ਜਪਦੇ ਆ, ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਲੈਂਦੇ ਆ, ਤੁਹਾਡੇ ਅਰਥ, ਧਰਮ, ਮੋਖ ਸਭ ਕੁਛ ਵਿੱਚ ਆ ਜਾਂਦਾ। ਜੋ ਵੀ ਤੁਹਾਡੀ ਇੱਛਾ ਹੁੰਦੀ ਉਹ ਮਨ ਪ੍ਰਾਪਤ ਕਰ ਲੈਂਦਾ। ਗੁਰੂ ਸਾਹਿਬ ਫਰਮਾਉਂਦੇ ਆ, ਜਿਨ ਅੰਤਰੇ ਰਾਮ ਨਾਮ ਵਸੇ, ਤਿਨ ਚਿੰਤਾ ਸਭ ਗਵਾਇਆ ਰਾਮ। ਸਭ ਅਰਥਾ ਸਭ ਧਰਮ ਮਿਲੇ, ਮਨ ਚਿੰਦਿਆ ਸੋ ਫਲ ਪਾਇਆ ਰਾਮ। ਕਹਿੰਦੇ ਫਿਰ ਸਾਰੇ ਹੀ ਜਿਹੜੇ 4 ਪਦਾਰਥ ਆ ਪ੍ਰਾਪਤੀ ਹੋ ਜਾਂਦੀ, ਜਿਹਦਾ ਧਰਮ, ਅਰਥਚਾਰ ਅਸੀਂ ਲੈਣ ਆਉਣੇ। ਸਾਰੇ ਸਾਨੂੰ ਚਿੰਤਾ ਰਹਿੰਦੀ ਆ ਕਿ ਅੱਜ ਨਾ ਕਮਾਇਆ ਅਤੇ ਕੱਲ੍ਹ ਨੂੰ ਕੀ ਖਾਵਾਂਗੇ। ਅਤੇ ਮਹਾਰਾਜ ਕਹਿੰਦੇ ਸਾਰਾ ਕੁਛ ਜੋ ਵੀ ਤੁਹਾਡੀ ਇੱਛਾ ਆ, ਉਹ ਫਲ ਆ, ਉਹ ਮਾਲਕ ਤੁਹਾਨੂੰ ਦਿੰਦੇ ਆ, ਜੋ ਵੀ ਇੱਛਾ ਮਨ 'ਚ ਕਰਦੇ ਆ। ਸੋ ਫਲ ਪਾਇਆ ਰਾਮ। ਹੈ ਤਾਂ ਇਹ 3 ਗੁਣਾਂ ਦੇ ਵਿੱਚ ਆ, ਜਿਹੜੇ ਰਜੋਗੁਣ, ਤਮੋਗੁਣ, ਸਤੋਗੁਣ 'ਚ ਅਸੀਂ ਵਿਚਰਦੇ ਹਾਂ। ਪਰ ਮਹਾਰਾਜ ਨੇ ਆਪਾਂ ਨੂੰ ਕਿਹਾ ਆ ਕਿ ਰਜੋਗੁਣ ਤੋਂ ਤੁਸੀਂ ਧਰਮ ਦੇ ਰਸਤੇ 'ਤੇ ਜਾਣਾ, ਸਤੋਗੁਣ ਧਰਮ ਮਾਰ ਗਿਆ, ਰਜੋਗੁਣ ਜਿੱਥੋਂ ਸਾਨੂੰ ਅਰਥਚਾਰਾ ਮਿਲਦਾ, ਤਮੋਗੁਣ ਇਹ ਕਾਮ ਦਾ ਸੌਦਾ ਜਿੱਥੋਂ ਮਿਲਦਾ। ਪਰ ਇਹ ਮਹਾਰਾਜ ਨੇ ਆਪਾਂ ਨੂੰ ਧਾਰ ਦਾ ਰਸਤਾ ਛਡਾਇਆ ਹੋਇਆ। ਮਹਾਰਾਜ ਕਹਿੰਦੇ ਕਿ 5 ਦਾ ਸਾਥ ਨਹੀਂ ਲੈਣਾ, ਅਸੀਂ ਲਿਵ ਦੇ ਰਸਤੇ 'ਤੇ ਚੱਲਣਾ। ਜਦੋਂ ਅਰਥਚਾਰਾ ਲੈਣਾ, ਫਿਰ ਧਰਮ ਦਾ ਰਸਤਾ ਅਖਤਿਆਰ ਕਰਦੇ ਹਾਂ। ਅਤੇ ਜਦੋਂ ਅਸੀਂ ਨਾਮ ਜਪ ਲੈਂਦੇ ਹਾਂ, ਜਿਹੜਾ ਅਰਥਚਾਰਾ ਮਹਾਰਾਜ ਉਹ ਵੀ ਸਾਨੂੰ ਬਖਸ਼ਿਸ਼ ਕਰ ਦਿੰਦੇ ਆ। ਜੋ ਵੀ ਸਾਡੇ ਮਨ 'ਚ ਇੱਛਾ ਹੁੰਦੀ ਉਹ ਫਲ ਸਾਨੂੰ ਮਿਲ ਜਾਂਦਾ ਜਦੋਂ ਅਸੀਂ ਨਾਮ ਦੇ ਵਿੱਚ ਸਮਾ ਜਾਂਦੇ। ਫਿਰ ਮਹਾਰਾਜ ਕਹਿੰਦੇ ਮਨ ਚਿੰਦਿਆ ਫਲ ਪਾਇਆ, ਰਾਮ ਨਾਮ ਧਿਆਇਆ, ਰਾਮ ਨਾਮ ਗੁਣ ਗਾਏ। ਕਹਿੰਦੇ ਜੋ ਵੀ ਸਾਡੀ ਇੱਛਾ ਉਹ ਪੂਰੀ ਹੋ ਜਾਂਦੀ। ਫਿਰ ਰਾਮ ਦਾ ਨਾਮ ਧਿਆਉਂਦੇ ਹਾਂ। ਫਿਰ ਜਦੋਂ ਉਸ ਮਾਲਕ ਦਾ ਨਾਮ ਧਿਆਉਂਦੇ, ਫਿਰ ਉਹਦੀ ਸਿਫਤ ਸਲਾਹ ਕਰਨੀ ਹੁੰਦੀ, ਜਿਹਨੂੰ ਮਹਾਰਾਜ ਕਹਿੰਦੇ ਆ, ਇਹ ਮਨੁਆ ਕਿਉਂ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਕਰ ਆਵੇ। ਕਿ ਸਿਮਰਨ ਰਾਮ ਦਾ ਨਾਮ ਧਿਆਉਣਾ ਅਤੇ ਨਾਲ ਰਾਮ ਦੇ ਨਾਮ ਦੇ ਗੁਣ ਗਾਉਣੇ, ਉਸ ਨਾਮ ਦੀ ਸਿਫਤ ਸਲਾਹ ਕਰਨੀ, ਜਿਹਨੂੰ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਨੀਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕਿ ਜਦੋਂ ਸਾਡਾ ਮਨ ਇਸ ਅਵਸਥਾ 'ਤੇ ਆ ਜਾਂਦਾ ਹੈ, ਰਾਮ ਦੇ ਨਾਮ ਨੂੰ ਜਪਦਾ, ਰਾਮ ਦੇ ਨਾਮ ਨੂੰ ਅੰਦਰ ਵਸਾ ਲੈਂਦਾ, ਰਾਮ ਦੇ ਨਾਮ ਦੀ ਫਿਰ ਸਿਫਤ ਸਲਾਹ ਕਰਦੇ। ਮਹਾਰਾਜ ਕਹਿੰਦੇ ਸੰਗਤ ਹੀ ਉਹ ਆ ਜਿੱਥੇ ਉਸ ਨਾਮ ਦੀ ਵਿਆਖਿਆ ਹੁੰਦੀ, ਜਿਸ ਨਾਮ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ, ਜਿਸ ਨਾਮ ਨੂੰ ਅਸੀਂ ਪ੍ਰਾਪਤ ਕਰਕੇ ਨਾਮ 'ਚ ਸਮਾ ਕੇ ਮਾਲਕ ਨਾਲ ਮਿਲਾਪ ਕਰਨਾ, ਜਿਸ ਨੂੰ ਮਹਾਰਾਜ ਗੁਰਬਾਣੀ 'ਚ ਫਰਮਾਉਂਦੇ ਆ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਹਰੀ ਦਾ ਜਨ ਹਰੀ ਦੇ ਨਾਮ ਵਿੱਚ ਜਦੋਂ ਸਮਾ ਜਾਂਦਾ, ਜਿਹੜਾ ਦੁੱਖ ਲੱਗਾ ਹੈ ਜਨਮ ਮਰਨ ਦਾ, ਇਹ ਖਤਮ ਹੋ ਜਾਂਦਾ। ਫਿਰ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ 'ਚ ਦੱਸਿਆ, ਇਹ ਭੇਦ ਦਿੱਤਾ ਆ ਪਰਮਾਤਮਾ ਨੂੰ ਮਿਲਣ ਦਾ, ਪਰਮਾਤਮਾ ਦੇ ਰਾਮ ਦੇ ਨਾਮ ਦੇ ਗੁਣ ਗਾਉਣ ਦਾ। ਦੂਜੇ ਪਾਸੇ ਫਿਰ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਕਿ ਜਦੋਂ ਮਨ ਧਾਤ ਦੇ ਰਸਤੇ 'ਤੇ ਚੱਲ ਪੈਂਦਾ, ਇਹਨੂੰ ਮਨਮੁਖ ਕਿਹਾ ਆ। ਜੇ ਲਿਵ ਦੇ ਰਸਤੇ 'ਤੇ ਚੱਲ ਕੇ ਮਾਲਕ ਨਾਲ ਮਿਲਾਪ ਕਰਦੇ, ਭਗਤ, ਗੁਰਮੁਖ, ਸੰਤ, ਸਾਧੂ, ਬ੍ਰਹਮ ਗਿਆਨੀ, ਇਹ ਪਦਵੀਆਂ ਦਿੱਤੀਆਂ। ਜਦੋਂ ਅਸੀਂ ਫਿਰ ਗੁਰੂ ਦੇ ਹੁਕਮ ਤੋਂ ਆਕੀ ਹੋ ਜਾਂਦੇ ਹਾਂ, ਧਾਤ ਦਾ ਰਸਤਾ ਅਖਤਿਆਰ ਕਰ ਲੈਂਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸੰਗ ਲੈਂਦੇ ਹਾਂ, ਫਿਰ ਕਹਿੰਦੇ ਮਨਮੁਖ, ਸਾਕਤ, ਫਿਰ ਇਹ ਨਾਮ ਦਿੱਤੇ ਗਏ। ਫਿਰ ਮਾਰੇ ਕਹਿੰਦੇ ਜਿਹੜਾ ਮਨਮੁਖ ਆ ਉਹ ਦੂਜੀ ਤਰਫ ਰਹਿੰਦਾ, ਧਾਤ ਦੇ ਰਸਤੇ 'ਤੇ ਰਹਿੰਦਾ। ਕਹਿੰਦੇ ਮਨਮੁਖ ਦੂਜੀ ਤਰਫ ਹੈ, ਵੇਖੋ ਨਦਰ ਨਿਹਾਲ। ਕਹਿੰਦੇ ਧਿਆਨ ਨਾਲ ਦੇਖੋ, ਜਿਹੜਾ ਮਨਮੁਖ ਆ ਉਹ ਕੀ ਆ, ਦੂਜੀ ਤਰਫ 'ਤੇ ਰਹਿੰਦਾ, ਧਾਤ ਦੇ ਰਸਤੇ 'ਤੇ ਰਹਿੰਦਾ। ਫਾਹੀ ਫਾਥੇ ਮਿਰਗ ਜਿਉਂ ਸਿਰ ਦਿਸੇ ਜਮਕਾਲ। ਕਹਿੰਦੇ ਜਿਹੜਾ ਫਿਰ ਇਹ ਧਾਤ ਦੇ ਰਸਤੇ 'ਤੇ ਤੁਰਿਆ ਰਹਿੰਦਾ, ਕਹਿੰਦੇ ਜਿਵੇਂ ਇੱਕ ਮਿਰਗ ਆ, ਹਿਰਨ ਆ, ਉਹ ਜਾਲ ਦੇ ਵਿੱਚ ਫਸਿਆ ਹੋਇਆ, ਉਹਨੂੰ ਪਤਾ ਆ ਕਿ ਸ਼ਿਕਾਰੀ ਨੇ ਮੈਨੂੰ ਮਾਰ ਨਾ ਦੇਵੇ, ਉਹਦਾ ਉੱਥੇ ਹੀ ਧਿਆਨ ਰਹਿੰਦਾ। ਫਾਹੀ ਫਾਥੇ ਮਿਰਗ ਜਿਉਂ,
ਕਿਵੇਂ ਜਾਲ ਵਿੱਚ ਫਸਿਆ ਹੋਇਆ, ਕਹਿੰਦੇ ਜਿਵੇਂ ਹਿਰਨ ਆ, ਇਵੇਂ ਜਿਹੜਾ ਮਨਮੁਖ ਆ ਧਾਤ ਦੇ ਰਸਤੇ 'ਤੇ ਤੁਰਿਆ ਹੋਇਆ, ਉਹਨੂੰ ਵੀ ਜਮਕਾਲ, ਜਿਵੇਂ ਗੁਰਮਤਿ ਵਿੱਚ ਦੱਸਿਆ ਹੈ ਕਿ ਉਹਨਾਂ ਦੇ ਜਮ ਨੇੜੇ ਨਹੀਂ ਆਉਂਦੇ ਜਿਹੜੇ ਸ਼ਬਦ ਦੀ ਕਮਾਈ ਕਰਦੇ, ਅਤੇ ਜਿਹੜੇ ਧਾਤ ਦੇ ਰਸਤੇ 'ਤੇ ਚੱਲਦੇ ਹਰ ਵਕਤ ਜਮ ਉਹਨਾਂ ਨੂੰ ਹਰ ਵਕਤ ਜਮ ਹੀ ਦਿਸਦੇ ਆ। ਸਿਰ ਦਿਸੇ ਜਮਕਾਲ। ਕਹਿੰਦੇ ਫਿਰ ਖੁਦੀਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ। ਕਹਿੰਦੇ ਫਿਰ ਕਿਹੜੇ ਰਸਤੇ 'ਤੇ ਤੁਰੇ ਰਹਿੰਦੇ? ਖੁਦੀਆ ਕਹਿੰਦੇ ਭੁੱਖ ਨੂੰ, ਤ੍ਰਿਸ਼ਨਾ ਦੇ ਵਿੱਚ, ਭੁੱਖ 'ਚ, ਨਿੰਦਾ 'ਚ, ਕਾਮ ਕ੍ਰੋਧ ਦੇ ਵਿੱਚ ਹੀ ਵਿਅਸਤ ਰਹਿੰਦਾ ਮਨ। ਡਰਾਉਣਾ ਵਿਕਰਾਲ ਇਹਨੂੰ ਕ੍ਰੋਧ ਨੂੰ ਕਿਹਾ, ਜਿਹੜਾ ਡਰਾਉਂਦਾ ਹੈ ਮਨ ਜਦੋਂ ਇਹਨਾਂ ਦਾ ਸਾਥ ਲੈਂਦਾ ਹੈ। ਫਿਰ ਕਹਿੰਦੇ ਇੰਨੀ ਅੱਖੀ ਨਜ਼ਰ ਨਾ ਆਵੇ, ਕਿ ਉਹਨਾਂ ਨੂੰ ਇਹਨਾਂ ਅੱਖਾਂ ਦੁਆਰਾ ਨਜ਼ਰ ਨਹੀਂ ਆਉਂਦਾ, ਭੇਦ ਨਹੀਂ ਲੱਗਦਾ, ਜੇ ਚਿਰ ਸ਼ਬਦ ਨਾ ਕਰੇ ਵਿਚਾਰ, ਕਿ ਉਹ ਤ੍ਰੈ ਗੁਣਾਂ ਵਿੱਚ ਫਸੇ ਹੋਏ ਆ, ਧਾਤ ਦੇ ਰਸਤੇ 'ਤੇ ਫਸੇ ਹੋਏ ਆ, ਉਹ ਭੇਦ ਨਹੀਂ ਲੱਗਦਾ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ। ਹੁਣ ਜਿਹੜਾ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਜੋ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਭਗਤ ਜਨ ਗੁਰੂ ਸਾਹਿਬਾਨ ਆਪਾਂ ਨੂੰ ਭੇਦ ਦੇ ਰਹੇ ਆ ਕਿ ਕਿਵੇਂ ਅਸੀਂ ਪਰਮਾਤਮਾ ਨਾਲ ਮਿਲਣਾ, ਕਿਵੇਂ ਵਿਛੜ ਜਾਂਦੇ ਹਾਂ, ਕਿਵੇਂ ਇਸ ਖੇਲ ਨੂੰ ਹਾਰ ਜਾਂਦੇ, ਕਿਵੇਂ ਇਸ ਖੇਲ ਨੂੰ ਜਿੱਤਣਾ। ਫਿਰ ਜਿਹੜਾ ਜਿੱਤ ਜਾਂਦਾ ਉਹਨਾਂ ਨੂੰ ਭਗਤ ਕਹਿ ਦਿੱਤਾ, ਗੁਰਮੁਖ ਕਹਿ ਦਿੱਤਾ, ਜਿਹੜਾ ਹਾਰ ਜਾਂਦਾ ਉਹਨੂੰ ਮਨਮੁਖ ਕਿਹਾ ਹੈ। ਦੇ ਮਨਮੁਖ ਧਾਤ ਦੇ ਰਸਤੇ 'ਤੇ ਚੱਲਦਾ। ਫਿਰ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਕਿ ਜਿਹੜਾ ਫਿਰ ਧਾਤ ਦੇ ਰਸਤੇ 'ਤੇ ਚੱਲਿਆ, ਮਹਾਰਾਜ ਕਹਿੰਦੇ ਜੋ ਵੀ ਮਨ ਇਸ ਸੰਸਾਰ ਵਿੱਚ ਕਰਮ ਕਰਦਾ ਉਸ ਦਾ ਉਸ ਨੂੰ ਫਲ ਮਿਲਦਾ। ਜੇ ਅਸੀਂ ਭਗਤੀ ਕਰਾਂਗੇ, ਨਾਮ ਜਪਾਂਗੇ, ਫਿਰ ਉਸ ਦਾ ਸਾਨੂੰ ਫਲ ਮਿਲੇਗਾ। ਜੇ ਅਸੀਂ ਤ੍ਰੈ ਗੁਣਾਂ ਦੇ ਵਿੱਚ ਵੀ ਕੋਈ ਕਰਮ ਕਰਦੇ ਹਾਂ, ਫਿਰ ਉਸ ਦਾ ਵੀ ਫਲ ਸਾਨੂੰ ਮਿਲਦਾ। ਉਹ ਫਿਰ ਗੁਰਬਾਣੀ 'ਚ ਸਾਨੂੰ ਉਦਾਹਰਨਾਂ ਦਿੱਤੀਆਂ ਕਿ ਜਿਹੜਾ ਅਸੀਂ ਤ੍ਰੈ ਗੁਣਾਂ 'ਚ ਕੋਈ ਵੀ ਕਰਮ ਕਰਦੇ ਹਾਂ, ਬੁਰਾ ਕਰਦੇ ਹਾਂ ਕਿਸੇ ਦਾ, ਉਹ ਫਿਰ ਮਹਾਰਾਜ ਕਹਿੰਦੇ ਉਹਦਾ ਜਿਹੜਾ ਫਲ ਵੀ ਤੁਹਾਨੂੰ ਮਿਲਣਾ ਹੈ। ਗੁਰੂ ਸਾਹਿਬ ਫਰਮਾਉਂਦੇ ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੇ। ਕਹਿੰਦੇ ਸਾਰਾ ਬ੍ਰਹਮ ਦਾ ਹੀ ਖੇਲ ਆ। ਬ੍ਰਹਮ ਕਿਹਾ ਪਰਮਾਤਮਾ ਨੂੰ, ਕਹਿੰਦੇ ਸਾਰੀ ਜਗ੍ਹਾ ਉਹ ਮਾਲਕ ਬ੍ਰਹਮ ਦਾ ਹੀ ਪਸਾਰਾ ਹੈ। ਕਹਿੰਦੇ ਸਭ ਵਿੱਚ ਬ੍ਰਹਮ ਵਸ ਰਿਹਾ ਆ, ਬ੍ਰਹਮ ਪਸਰਿਆ ਆ, ਅਤੇ ਬ੍ਰਹਮ ਪਰਮਾਤਮਾ ਦਾ ਹੀ ਸਾਰਾ ਪਸਾਰਾ ਹੈ। ਅਤੇ ਜੋ ਮਨ ਬੀਜਦਾ ਆ ਇਸ ਸੰਸਾਰ ਵਿੱਚ ਆ ਕੇ, ਉਹੀ ਉਸ ਨੂੰ ਵੱਢਣਾ ਪੈਂਦਾ। ਫਿਰ ਇੱਥੇ ਉਦਾਹਰਨ ਦਿੱਤੀ ਹੈ ਚੰਦਰਹਾਸ ਤ੍ਰਿਸ਼ਟ ਬੁੱਧੀ ਦੀ। ਗੁਰਬਾਣੀ 'ਚ ਆਉਂਦਾ ਹੈ ਚੰਦਰਹਾਸ ਬਾਰੇ, ਤ੍ਰਿਸ਼ਟ ਬੁੱਧੀ ਬਾਰੇ। ਕਹਿੰਦੇ ਜਿਉਂ ਜਨ ਚੰਦਰਹਾਸ ਦੁਖੀਆ, ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾਰੇ। ਉਦਾਹਰਨ ਦਿੱਤੀ, ਕਹਿੰਦੇ ਕਿ ਚੰਦਰਹਾਸ ਰਾਜੇ ਧਰਮ ਦਾ ਪੁੱਤਰ ਸੀ, ਅਤੇ ਤ੍ਰਿਸ਼ਟ ਬੁੱਧੀ ਜਿਹੜਾ ਉਸ ਨਾਲ ਈਰਖਾ ਕਰਦਾ ਸੀ, ਉਹ ਚਾਹੁੰਦਾ ਸੀ ਕਿ ਚੰਦਰਹਾਸ ਮਰ ਜੇ ਅਤੇ ਉਸ ਦਾ ਰਾਜ ਸਾਨੂੰ ਮਿਲ ਜੇ। ਲਾਲਚ ਦੇ ਵਿੱਚ ਆ ਕੇ ਉਹਨੂੰ, ਜਿਹੜਾ ਚੰਦਰਹਾਸ ਸੀ, ਉਸ ਨੂੰ ਤ੍ਰਿਸ਼ਟ ਬੁੱਧੀ ਮਾਰਨਾ ਚਾਹੁੰਦਾ ਸੀ। ਮਾਰਨ ਲਈ ਫਿਰ ਉਹਨਾਂ ਨੇ ਯੋਜਨਾ ਵੀ ਬਣਾ ਲਈ। ਆਪਦੇ ਵੱਲੋਂ ਤਾਂ ਉਹਨੇ ਮਾਰਿਆ ਚੰਦਰਹਾਸ ਨੂੰ, ਪਰ ਗਲਤੀ ਨਾਲ ਤ੍ਰਿਸ਼ਟ ਬੁੱਧੀ ਦਾ ਪੁੱਤਰ ਹੀ ਮਰ ਗਿਆ। ਗੁਰਬਾਣੀ 'ਚ ਫਿਰ ਉਹਦੀ ਉਦਾਹਰਨ ਦਿੱਤੀ, ਕਹਿੰਦੇ ਕਿ ਜਿਹੜਾ ਦੂਜੇ ਦਾ ਬੁਰਾ ਕਰਨਾ ਚਾਹੁੰਦਾ ਸੀ, ਉਹਦਾ ਆਪਣਾ ਹੀ ਬੁਰਾ ਹੋ ਗਿਆ। ਜਿਹੜੀ ਮਨ ਵਿੱਚ ਇੱਛਾ ਸੀ ਕਿ ਦੂਜੇ ਦਾ ਬੁਰਾ ਕਰਕੇ ਮੈਂ ਰਾਜ ਲੈ ਲਵਾਂ, ਉਹਦੀ ਇੱਛਾ ਜਿਹੜੀ ਸੀ ਕਿ ਮਾਰਨ ਦੀ, ਉਹਦਾ ਆਪਣਾ ਹੀ ਪੁੱਤਰ ਮਾਰਿਆ ਗਿਆ। ਸੋ ਮਹਾਰਾਜ ਕਹਿੰਦੇ ਜੋ ਵੀ ਅਸੀਂ ਬੁਰਾ ਇੱਥੇ ਕਰਦੇ ਹਾਂ ਸੰਸਾਰ 'ਚ, ਉਹਦਾ ਵੀ ਫਿਰ ਸਾਨੂੰ ਫਲ ਮਿਲਦਾ, ਚੰਗੇ ਕੰਮ ਦਾ ਫਲ ਮਿਲਦਾ। ਇੱਦਾਂ ਹੀ ਜਿਹੜਾ ਵੀ ਬੁਰੀ ਅਸੀਂ ਸੋਚਦੇ ਹਾਂ, ਬੁਰਾ ਕਰਦੇ ਹਾਂ ਕਿਸੇ ਨਾਲ, ਉਹ ਫਿਰ ਬੁਰੇ ਦਾ ਵੀ ਸਾਨੂੰ ਵੱਢਣਾ ਪੈਂਦਾ। ਇਹ ਉਦਾਹਰਨ ਦਿੱਤੀ ਗੁਰਬਾਣੀ 'ਚ। ਜਿਉਂ ਜਨ ਚੰਦਰਹਾਸ ਦੁਖੀਆ, ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰਹੇ। ਉਹਨੇ ਆਪਣਾ ਹੀ ਘਰ ਜਲਾ ਲਿਆ, ਆਪਣੇ ਹੀ ਬੇਟੇ ਨੂੰ ਮਾਰ ਲਿਆ, ਦੂਜੇ ਦੇ ਨੂੰ ਮਾਰਦੇ ਮਾਰਦੇ। ਸੇ ਫਿਰ ਗੁਰਬਾਣੀ 'ਚ ਸਾਨੂੰ ਉਦਾਹਰਨਾਂ ਦਿੱਤੀਆਂ, ਸਾਡਾ ਜਿਹੜਾ ਮਨ ਸਮਝ ਜੇ ਕਿ ਜਦੋਂ ਫਿਰ ਕਿ ਅਸੀਂ ਬੁਰਿਆਈ ਨਹੀਂ ਕਰਨੀ, ਅਸੀਂ ਧਾਤ ਦੇ ਰਸਤੇ 'ਤੇ ਨਹੀਂ ਚੱਲਣਾ। ਇਹ ਫਿਰ ਗੁਰਬਾਣੀ 'ਚ ਜਦੋਂ ਉਦਾਹਰਨਾਂ ਅਸੀਂ ਪੜ੍ਹਦੇ ਹਾਂ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਇਹ ਰਸਤਾ ਛੱਡ ਕੇ ਲਿਵ ਦਾ ਰਸਤਾ ਅਖਤਿਆਰ ਕਰਨਾ।
ਸੋ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਗਿਆ ਹੈ ਕਿ ਜੋ ਵੀ ਅਸੀਂ ਗੁਰਮਤਿ ਮੁਤਾਬਕ ਪੜ੍ਹਦੇ ਹਾਂ, ਵਿਚਾਰਦੇ ਹਾਂ, ਜੋ ਗੁਰਬਾਣੀ 'ਚ ਸਾਨੂੰ ਖੇਲ ਸਮਝਾਇਆ ਗਿਆ, ਉਸ ਖੇਲ ਨੂੰ ਸਮਝਣਾ ਅਤੇ ਉਹਦੇ 'ਤੇ ਚੱਲਣਾ। ਸੋ ਵਾਹਿਗੁਰੂ ਜੀ ਕਿਰਪਾ ਕਰਨ, ਜੋ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਆ ਕਿ ਸ਼ਬਦ ਦੀ ਕਮਾਈ ਕਰਕੇ ਮਾਲਕ ਨਾਲ ਮਿਲਾਪ ਕਰ ਸਕਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਸ਼ਬਦ ਦੀ ਕਮਾਈ ਜਿਹੜਾ ਅਸੀਂ ਸਿਮਰਨ ਅਭਿਆਸ ਕਰ ਰਹੇ ਹਾਂ, ਅਤੇ ਦੂਜਾ ਗੁਰੂ ਦੇ ਸ਼ਬਦ ਦੀ ਵਿਚਾਰ। ਦੋ ਹੀ ਤਰੀਕੇ ਸਾਡੇ ਮਨ ਨੂੰ ਰੋਕਣ ਦੇ ਆ। ਜੋ ਕਿਉਂਕਿ ਆਪਾਂ ਕਿਸੇ ਕੋਲ ਵੀ ਵਿਚਾਰ ਕਰਦੇ ਹਾਂ, ਸਾਰਿਆਂ ਦਾ ਇਹੀ ਸਵਾਲ ਹੁੰਦਾ ਹੈ ਕਿ ਸਾਡਾ ਜਿਹੜਾ ਮਨ ਆ ਉਹ ਬੜਾ ਵਿਚਾਰਾਂ 'ਚ ਜਾਂਦਾ, ਫੁਰਨਿਆਂ 'ਚ ਜਾਂਦਾ, ਸਾਡੇ ਵੱਸ ਵਿੱਚ ਨਹੀਂ ਹੈਗਾ। ਅਤੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੀ ਸ਼ਰਨ ਵਿੱਚ ਜਾਂਦੇ ਹਾਂ, ਉਹ ਸਾਨੂੰ ਫਿਰ ਵੱਸ ਕਰਨ ਦਾ ਤਰੀਕਾ ਦੱਸਦਾ, ਸਿਮਰਨ ਅਤੇ ਸ਼ਬਦ ਦੀ ਵਿਚਾਰ। ਚਾਹੇ ਅਸੀਂ ਇਕੱਲੇ ਬੈਠੇ ਹਾਂ, ਗੁਰਬਾਣੀ ਪੜ੍ਹ ਰਹੇ ਹਾਂ, ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਅਤੇ ਚਾਹੇ ਅਸੀਂ ਸੁਣ ਰਹੇ ਹਾਂ। ਅਤੇ ਮਹਾਰਾਜ ਕਹਿੰਦੇ ਫਿਰ ਸਾਡੇ ਮਨ ਅਤੇ ਤਨ ਦੋਵੇਂ ਧੋਤੇ ਜਾਂਦੇ, ਮਨ ਤਨ ਧੋਵੈ ਸ਼ਬਦ ਵਿਚਾਰੀ। ਸੋ ਵਾਹਿਗੁਰੂ ਜੀ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ, ਗੁਰੂ ਅਤੇ ਸੰਗਤ ਬਖਸ਼ਣਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।